ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਜੀਵਨ ਦੀ ਇੱਕ ਹੋਰ ਝਲਕ ਆਓ ਪਿਆਰ ਨਾਲ ਸਰਵਣ ਕਰੀਏ ਜੀ। ਸਿਰਲੇਖ ਹੈ ਸੰਤ ਭਾਈ ਭੋਲਾ ਸਿੰਘ ਜੀ। ਸਤਿਕਾਰਯੋਗ ਭਾਈ ਸਾਹਿਬ ਜੀ ਆਪਣੀ ਛੋਟੀ ਅਵਸਥਾ ਤੋਂ ਹੀ ਆਮ ਤੌਰ 'ਤੇ ਲਗਭਗ ਹਰ ਹਫ਼ਤੇ ਸ੍ਰੀ ਤਰਨ ਤਾਰਨ ਦੀ ਯਾਤਰਾ ਕੀਤਾ ਕਰਦੇ ਸਨ। ਇੱਕ ਤਾਂ ਪੰਚਮ ਪਾਤਸ਼ਾਹ ਜੀ ਦੇ ਪਵਿੱਤਰ ਧਾਮ ਦੀ ਯਾਤਰਾ, ਦੂਸਰੇ ਸਰੋਵਰ ਦੇ ਕੰਢੇ ਰਹਿੰਦੇ ਇੱਕ ਮਹਾਂਪੁਰਸ਼ ਦੇ ਨਾਲ ਆਤਮਿਕ ਸੰਬੰਧ ਪੈ ਗਿਆ ਸੀ। ਉਹਨਾਂ ਦੇ ਮਿਲਣ ਖਾਤਰ ਉਸ ਮਾਨਯੋਗ ਹਸਤੀ ਦਾ ਸ਼ੁਭ ਨਾਮ ਸੰਤ ਭੋਲਾ ਸਿੰਘ ਜੀ ਸੀ ਤੇ ਉਹ ਪੰਗਾਲੇ ਵਾਲਿਆਂ ਦੇ ਬੁੰਗੇ ਦੇ ਸ੍ਰੀ ਮਹੰਤ ਸਨ। ਆਪ ਵਿਧਾਨ ਦੇ ਪੰਡਤ ਸਨ ਤੇ ਪਹਿਲੇ ਇਸੇ ਧਾਰਨਾ ਵਿੱਚ ਦ੍ਰਿੜ ਰਹਿੰਦੇ ਸਨ, ਅਹੰ ਬ੍ਰਹਮ ਅਸਮੀ, ਪਰ ਦ੍ਰਿੜ ਵਿਸ਼ਵਾਸੀ ਹੋ ਕੇ ਨਿਹਕਰਮੀ ਹੋ ਗਏ ਸਨ। ਇਹ ਪਤਾ ਨਹੀਂ ਕਿ ਪਹਿਲੋਂ ਪਹਿਲ ਭਾਈ ਸਾਹਿਬ ਜੀ ਦੇ ਨਾਲ ਆਪ ਦੀ ਮੁਲਾਕਾਤ ਕਦੋਂ ਤੇ ਕਿੱਥੇ ਹੋਈ। ਭਾਈ ਸਾਹਿਬ ਜੀ ਅਜੇ ਯੁਵਾ ਅਵਸਥਾ ਦੇ ਪ੍ਰਵੇਸ਼ ਵਿੱਚ ਹੀ ਸਨ ਕਿ ਆਪ ਪਾਸੋਂ ਪਰਮਾਰਥ ਸੰਬੰਧੀ ਮਰਮੀ ਗੱਲਾਂ ਸੁਣ ਕੇ ਸ੍ਰੀ ਸੰਤ ਜੀ ਚਕਿਤ ਰਹਿ ਗਏ ਕਿ ਇਹ ਛੋਟੀ ਉਮਰਾਂ ਤੇ ਇਹ ਵਾਕਫੀ, ਤੇ ਤਦੋਂ ਤੋਂ ਆਪ ਨਾਲ ਸਹਿਚਾਰ ਵੱਧ ਗਿਆ। ਭਾਈ ਸਾਹਿਬ ਜੀ ਨੇ ਸ੍ਰੀ ਮਹੰਤ ਜੀ ਦੇ ਸਤਕਾਰ ਵਿੱਚ ਰਹਿ ਕੇ ਸ੍ਰੀ ਸੰਤ ਜੀ ਨੂੰ ਵੇਦਾਂਤ ਤੋਂ ਪੁੱਟ ਕੇ ਪ੍ਰੇਮਾ ਭਗਤੀ ਦੇ ਮਾਰਗ ਤੇ ਲੈ ਆਂਦਾ ਤੇ ਨਾਮ ਸਿਮਰਨ ਅਤੇ ਗੁਰਬਾਣੀ ਦੇ ਨੇਮ ਵਿੱਚ ਮੁੜ ਲਗਾ ਦਿੱਤਾ। ਇਹੀ ਕਾਰਨ ਸੀ ਕਿ ਜਦ ਆਪ ਸੰਤਾਂ ਨੂੰ ਮਿਲਣ ਜਾਂਦੇ ਤਾਂ ਸ੍ਰੀ ਸੰਤ ਜੀ ਆਸਣ ਤੋਂ ਉੱਠ ਕੇ ਆਪ ਜੀ ਦਾ ਸਵਾਗਤ ਕਰਕੇ ਬਿਠਾਉਂਦੇ, ਲੰਗਰ ਵਿੱਚ ਪ੍ਰਸ਼ਾਦ ਆਪਣੀ ਹੱਥੀਂ ਪਰੋਸ ਕੇ ਛਕਾਉਂਦੇ ਤੇ ਇਕਾਂਤ ਬੈਠੇ ਘੰਟਿਆਂ ਬੱਧੀ ਪਰਮਾਰਥ ਦੀਆਂ ਗੁੰਝਲਾਂ ਖੋਲਿਆ ਕਰਦੇ ਤੇ ਜਦੋਂ ਆਪ ਵਿਦਾ ਹੁੰਦੇ ਤਾਂ ਬਾਹਰ ਦੂਰ ਤੱਕ ਛੱਡਣ ਆਉਂਦੇ। ਭਾਈ ਸਾਹਿਬ ਜੀ ਦੇ ਲਾਏ ਗੁਰਬਾਣੀ ਪ੍ਰੇਮ ਦੇ ਅਧੀਨ ਸ੍ਰੀ ਮਹੰਤ ਸਾਹਿਬ ਹੋਣ ਨਿਤਨੇਮ ਦੀ ਬਾਣੀ ਤੋਂ ਇਲਾਵਾ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਨਿੱਤਾ ਪ੍ਰਤੀ ਕਰਦੇ ਤੇ ਜਿੰਨੇ ਵੱਧ ਤੋਂ ਵੱਧ ਪਾਠ ਹੋ ਸਕਣ ਕੀਤਾ ਕਰਦੇ। ਇੱਕ ਦਿਨ ਆਪ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਸਨ ਤਾਂ ਆਪ ਦੇ ਮੇਲੀ ਇੱਕ ਸੰਤ ਜੀ ਜੋ ਵੇਦਾਂਤੀ ਸਨ ਆਏ ਤੇ ਸ੍ਰੀ ਮਹੰਤ ਸਾਹਿਬ ਨੂੰ ਕਹਿਣ ਲੱਗੇ, ਮਹਾਰਾਜ ਆਪ ਇਤਨੇ ਵੱਡੇ ਬ੍ਰਹਮ ਗਿਆਨੀ ਤੇ ਨਿਹਕਰਮੀ ਹੋ ਕੇ ਹੁਣ ਇਹ ਬਾਣੀ ਪਾਠ ਦਾ ਕੀ ਪਿਟਣਾ ਗੱਲ ਪਾ ਛੱਡਿਆ ਜੇ। ਆਪ ਲਈ ਤਾਂ ਕਿਸੇ ਕਰਮ ਕਰਨ ਦੀ ਹੁਣ ਲੋੜ ਬਾਕੀ ਨਹੀਂ ਸੀ ਰਹਿ ਗਈ। ਭਾਈ ਸਾਹਿਬ ਵੀ ਉਸ ਵੇਲੇ ਉੱਥੇ ਹੀ ਖੜੇ ਸਨ। ਸ੍ਰੀ ਮਹੰਤ ਸਾਹਿਬ ਹੱਸ ਕੇ ਆਪ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ, ਮੈਂ ਤਾਂ ਆਪਣੇ ਆਪ ਨੂੰ ਨਿਹਕਰਮੀ ਹੀ ਸਮਝ ਬੈਠਾ ਸਾਂ, ਪਰ ਇਹ ਪਿਟਣਾ ਇਸ ਮੁੰਡੇ ਨੇ ਮੇਰੇ ਗਲ ਪਾ ਦਿੱਤਾ ਹੈ। ਪਰ ਸੱਚ ਜਾਣੋ ਇਸ ਪਿਟਣੇ ਵਿੱਚ ਬੜਾ ਰਸ ਆਉਂਦਾ ਹੈ ਜਿਸ ਦੀ ਸੂਝ ਪਹਿਲੇ ਨਹੀਂ ਸੀ ਤੇ ਹੁਣ ਆਈ ਹੈ। ਹੁਣ ਇਹ ਗੱਲੋਂ ਲੈਣੋਂ ਰਿਹਾ। ਮਾਨਯੋਗ ਭਾਈ ਸਾਹਿਬ ਜੀ ਵੀ ਇਸ ਲਈ ਉਦਮ ਵਿੱਚ ਲੱਗੇ ਹੋਏ ਸਨ ਕਿ ਜੇ ਇਹ ਸ੍ਰੀ ਮਹੰਤ ਵਿਅਕਤੀ ਪ੍ਰੇਮਾ ਭਗਤੀ ਦੇ ਮਾਰਗ ਤੇ ਲੱਗ ਕੇ ਰਸ ਅਵਸਥਾ ਤੇ ਪੁੱਜ ਜਾਣ ਤਾਂ ਫਿਰ ਮੌਕਾ ਹੋ ਜਾਏਗਾ ਹੋਰ ਅਨੇਕਾਂ ਮਿਲਣ ਵਾਲਿਆਂ ਨੂੰ ਇਸੇ ਰਾਹੇ ਟੁਰਨ ਦਾ। ਸੋ ਆਪ ਦਾ ਇਹ ਪਿਆਰ ਸਹਿਚਾਰ ਅੰਤ ਤੱਕ ਨਿਭਿਆ। ਭਾਈ ਸਾਹਿਬ ਜੀ ਨੇ ਉਹਨਾਂ ਦਿਨਾਂ ਵਿੱਚ ਸ੍ਰੀ ਮਹੰਤ ਸਾਹਿਬ ਦੇ ਬੁੰਗੇ ਦੇ ਵਿਹੜੇ ਵਿੱਚ ਫਲਦਾਰ ਤੇ ਫੁੱਲਦਾਰ ਬੂਟੇ ਆਪਣੀ ਹੱਥੀਂ ਲਗਾਏ ਜੋ ਹੁਣ ਤੱਕ ਉੱਥੇ ਲੱਗੇ ਹੋਏ ਹਨ। ਸੰਤਾਂ ਦਾ ਮੁੱਢਲਾ ਜੀਵਨ ਭਾਈ ਸਾਹਿਬ ਜੀ ਨੇ ਵੀ ਆਪ ਆਪਣੀ ਕਲਮ ਦੁਆਰਾ ਸੰਤ ਬਿਮਲਾ ਸਿੰਘ ਵਿੱਚ ਲਿਖਿਆ ਹੈ, ਜੋ ਇਸ ਪ੍ਰਕਾਰ ਹੈ। ਅੰਮ੍ਰਿਤਸਰ ਤੋਂ 15 ਕੁ ਮੀਲ ਦੱਖਣ ਨੂੰ ਇੱਕ ਹੋਰ ਸਿੱਖ ਮੰਦਰ ਤੇ ਸ਼ਹਿਰ ਹੈ ਜਿਸ ਨੂੰ ਤਰਨ ਤਾਰਨ ਆਖਦੇ ਹਨ। ਇਸ ਤੋਂ ਕੁਝ ਦੂਰ ਹੋਰ ਅੱਗੇ ਬਿਆਸਾ ਨਦੀ ਦੇ ਨੇੜੇ ਇੱਕ ਪਿੰਡ ਹੈ ਪੰਗਾਲਾ। ਇੱਥੇ ਇੱਕ ਵਿਰਕਤ ਸਿੱਖ ਸੰਤ ਹੋਏ ਹਨ, ਸੰਤ ਸਰਦੂਲ ਸਿੰਘ ਜੀ। ਆਪ ਜੀ ਨੂੰ ਇੱਕ ਹੋਰ ਵਿਰਕਤ ਸੰਤ ਜੀ ਮਿਲੇ ਸਨ ਜਿਨ੍ਹਾਂ ਦਾ ਪਹਿਲਾ ਜੀਵਨ ਤਾਂ ਚੰਗਾ ਨਹੀਂ ਸੀ, ਪਰ ਇੱਕ ਸਾਧੂ ਦੀ ਮਿਹਰ ਨਾਲ ਉਹ ਪੂਰਨ ਗੁਰਮੁਖ ਅਵਸਥਾ ਨੂੰ ਪਹੁੰਚੇ ਤੇ ਚੋਟੀ ਦੇ ਪਾਰਗ੍ਰਾਮੀ ਮਹਾਂਪੁਰਖ ਹੋਏ।
ਬਹੁਤ ਕਾਲ ਸੰਤ ਸਰਦੂਲ ਸਿੰਘ ਜੀ ਨੇ ਉਹਨਾਂ ਦੇ ਹੁਕਮ ਮੁਜਬ ਕਾਲਾਂ ਕਾਲੀਆਂ। ਜਦ ਪੂਰਨ ਪਦ ਤੇ ਅਪੜੇ ਤਾਂ ਸੰਤਾਂ ਦੇ ਹੁਕਮ ਵਿੱਚ ਪੰਗਾਲੇ ਪਿੰਡ ਅਤੀਤ ਰਹਿਣਾ ਅਖਤਿਆਰ ਕੀਤਾ ਤੇ ਛੋਟਾ ਜਿਹਾ ਗੁਰਦੁਆਰਾ ਬਣਾ ਕੇ ਟਿਕ ਗਏ। ਆਪ ਰੰਗ ਰੱਤੇ ਰਹਿਣਾ ਪਰ ਦੁਨੀਆ ਨੂੰ ਭਲੇ ਪਾਸੇ ਲਾਉਣਾ, ਐਬ ਛਡਾਉਣੇ ਤੇ ਨਾਮ ਬਾਣੀ ਵਿੱਚ ਪ੍ਰਵਿਰਤ ਕਰਨਾ। ਆਪ ਬੋਲਦੇ ਘੱਟ ਸੇ ਪਰ ਜਦ ਬੋਲਦੇ ਤਾਂ ਬੜਾ ਤਾਸੀਰ ਵਾਲਾ ਬੋਲਦੇ। ਇੱਕ ਸਮੇਂ ਆਪ ਫਿਰਦੇ ਟੁਰਦੇ ਕਿਸੇ ਗਿਰਾਂ ਜਾ ਨਿਕਲੇ, ਜਿੱਥੇ ਆਪ ਨੇ ਪਿੰਡੋਂ ਬਾਹਰ ਰਹਿ ਕੇ ਨਾਮ ਬਾਣੀ ਦਾ ਪ੍ਰਚਾਰ ਕੀਤਾ। ਇੱਥੇ ਇੱਕ ਭਲਾ ਗੱਭਰੂ ਸੀ, ਨਾਮ ਸੀ ਉਸਦਾ ਭੋਲਾ ਸਿੰਘ। 200-400 ਵਿੱਘੇ ਭੌਂ ਦਾ ਮਾਲਕ ਸੀ। ਵਿਆਹ ਵੀ ਸੋਹਣੇ ਘਰ ਹੋਇਆ ਸੀ। ਚੜ੍ਹਦੀ ਜਵਾਨੀ ਸੀ ਪਰ ਉਸਨੂੰ ਐਬ ਕੋਈ ਨਹੀਂ ਸੀ। ਸੰਤ ਸਰਦੂਲ ਸਿੰਘ ਜੀ ਦਾ ਉੱਥੇ ਜਾਣਾ ਇਸ ਸੋਹਣੇ ਜਵਾਨ ਲਈ ਸਤਸੰਗ ਦਾ ਅਵਸਰ ਬਣ ਗਿਆ। ਐਸਾ ਅਸਰ ਹੋਇਆ ਕਿ ਵੈਰਾਗ ਹੋ ਗਿਆ। ਨਾ ਭੋਲਾ ਸਿੰਘ ਨੂੰ ਹੁਣ ਵੋਟੀ ਚੰਗੀ ਲੱਗੇ, ਨਾ ਘਰ, ਨਾ ਸਾਕ, ਨਾ ਇੰਨੀ ਬਹੁਤੀ ਜ਼ਮੀਨ ਦਾ ਲਾਲਚ ਫੁਰੇ। ਇਹੋ ਗੱਲ ਚਾਹੇ ਕਿ ਸੰਤਾਂ ਤੋਂ ਨਾ ਵਿਛਣਾ। ਇਹਨਾਂ ਦੇ ਬਚਨ ਸੁਣਦਾ ਰਹਾਂ ਤੇ ਇਹਨਾਂ ਦੀ ਸੇਵਾ ਕਰਦਾ ਰਹਾਂ। ਜੋ ਹੁਕਮ ਕਰਨ ਉਹ ਮੇਰਾ ਜੀਵਨ ਹੋਵੇ। ਆਖਿਰ ਘਰ-ਬਾਰ ਛੱਡ ਕੇ ਸੰਤਾਂ ਕੋਲ ਆ ਗਏ। ਸੰਤਾਂ ਨੇ ਭਾਵੇਂ ਬਹੁਤ ਯਤਨ ਕੀਤੇ ਕਿ ਆਪਣੇ ਘਰ ਰਹੇ ਤੇ ਘਰ ਰਹਿ ਕੇ ਸਿੱਖੀ ਕਮਾਵੇ, ਗ੍ਰਹਿਸਤ ਉਦਾਸੀ ਹੋਵੇ, ਨਾ ਪਰਿਵਾਰ ਔਖਾ ਹੋਵੇ, ਨਾ ਫਿਰ ਅਤੀਤਾਂ ਵਾਲੀਆਂ ਤਤਿਖਿਆਂ ਵਿੱਚ ਪਵੇ। ਪਰ ਵੈਰਾਗ ਇਤਨਾ ਤੀਬਰ ਸੀ ਕਿ ਨਾ ਪਰਿਵਾਰ ਵੱਲੋਂ ਪਿਆਰ ਦੀ ਖਿੱਚ ਤੇ ਨਾ ਸੰਤਾਂ ਵੱਲੋਂ ਉਪਦੇਸ਼ ਦੀ ਪੇਸ਼ ਗਈ। ਆਪ ਐਸੇ ਵੈਰਾਗ ਹੱਥ ਵਿਕਾਨੇ ਕਿ ਸਭ ਕੁਝ ਛੱਡ ਕੇ ਸੰਤਾਂ ਦੇ ਦੁਆਰੇ ਟਿਕ ਗਏ। ਬਾਣੀ ਦਾ ਪਾਠ, ਕੀਰਤਨ, ਨਾਮ ਦਾ ਅਭਿਆਸ ਤੇ ਵਾਹਿਗੁਰੂ ਜੀ ਦਾ ਪ੍ਰੇਮ ਅਤ ਪ੍ਰਬਲ ਪੈ ਗਈ। ਕੋਈ 1-2 ਬਰਸ ਨਹੀਂ, 20-22 ਬਰਸ ਇਸ ਤਰ੍ਹਾਂ ਹੀ ਬੀਤੇ। ਸੰਤਾਂ ਨੂੰ ਤਰਨ ਤਾਰਨ ਗੁਰਦੁਆਰੇ ਯਾਤਰਾ ਦਾ ਪ੍ਰੇਮ ਸੀ। ਉਹਨਾਂ ਨੇ ਸਰੋਵਰ ਦੇ ਕਿਨਾਰੇ ਜ਼ਮੀਨ ਲੈ ਕੇ ਆਪਣੇ ਰਹਿਣ ਲਈ ਬੁੰਗਾ ਬਣਾਇਆ। ਇਸ ਬੁੰਗੇ ਦੀ ਇਮਾਰਤ ਵਿੱਚ ਜੋ ਚੂਨਾ ਲੱਗਾ ਹੈ ਉਹ ਵੈਰਾਗੀ ਜਗਿਆਸੂ ਭੋਲਾ ਸਿੰਘ ਜੀ ਦੇ ਹੱਥਾਂ ਦਾ ਪੀਸਿਆ ਹੋਇਆ ਹੈ। ਆਪਣੇ ਅਭਿਆਸ ਭਜਨ ਪਾਠ ਤੋਂ ਛੁੱਟ ਆਪ ਡੇਰੇ ਵਿੱਚ ਪੰਗਾਲੇ ਚਾਹੇ ਤਰਨ ਤਾਰਨ ਆਈ ਸਾਧ ਸੰਗਤ ਲਈ ਆਟਾ ਪੀਸਦੇ, ਲੰਗਰ ਤਿਆਰ ਕਰਦੇ, ਛਕਾਉਂਦੇ, ਜਲ ਪਿਲਾਉਂਦੇ, ਪੱਖੇ ਕਰਦੇ, ਗੱਲ ਕੀ ਹਰ ਇੱਕ ਸੇਵਾ ਕਰਦੇ। ਹੁਣ ਆਪ ਇੰਨੇ ਅਨੁਭਵੀ ਹੋ ਗਏ ਕਿ ਸੇਵਾ ਨਾ ਰਹੀ, ਸੇਵਾ ਵਿੱਚ ਆਤਮ ਦ੍ਰਿਸ਼ਟੀ ਖੁੱਲ ਗਈ, ਪਰਮਾਤਮ ਅਨੁਭਵਤਾ ਹੋ ਆਈ। ਇੱਕ ਵੇਰ ਦੀ ਪੰਗਾਲੇ ਦੀ ਗੱਲ ਹੈ ਕਿ ਰਾਤ 10-12 ਵਜੇ ਦੇ ਕਰੀਬ ਸੰਤ ਸਰਦੂਲ ਸਿੰਘ ਜੀ ਨੇ ਕਿਹਾ, ਭੋਲਾ ਸਿੰਘ ਬਈ ਖੂਹ ਤੇ ਜਾ, ਕਣਕ ਪੱਕੀ ਖਲੀ ਹੈ ਤੇ ਇਹ ਅੰਨ ਸਾਧ ਸੰਗਤ ਲਈ ਤਿਆਰ ਹੋਇਆ ਹੈ। ਐਸਾ ਨਾ ਹੋਵੇ ਕਿ ਕੋਈ ਰਾਤ ਨੂੰ ਕੁਛ ਭਰੀਆਂ ਵੱਢ ਲੈ ਜਾਏ। ਤੂੰ ਐਸ ਕੋ ਵੇਲੇ ਰੋਜ਼ ਚਲਾ ਜਾਇਆ ਕਰ, ਲਾਵੀਂ ਲੈ ਕੇ ਵਾਢੀ ਕਰਨ ਤੱਕ ਕੁਛ ਦਿਨ ਰਾਤ ਰਾਖੀ ਕਰਿਆ ਕਰ। ਸਦ ਬਚਨ ਕਹਿ ਕੇ ਆਪ ਖੂਹ ਨੂੰ ਚਲੇ ਗਏ। ਇਸ ਵੇਲੇ ਤਾਰਿਆਂ ਛਟਕੀ ਰਾਤ ਸੀ। ਆਪ ਸ਼ਾਂਤ ਸਤੋਗੁਣੀ ਭਾਵਾਂ ਵਿੱਚ ਝੂਟਦੇ ਆਤਮ ਅਨੁਭਵਤਾ ਵੀ ਸਨ ਕਿ ਖੂਹ ਦੇ ਲਾਗੇ ਪੁੱਜ ਕੇ ਆਪ ਨੇ ਡਿੱਠਾ ਕਿ 4 ਆਦਮੀ ਕਣਕ ਵੱਢ ਕੇ ਪੰਡਾ ਬੰਨ੍ਹ ਕੇ ਇੱਕ ਦੂਸਰੇ ਨੂੰ ਚੁਕਾ ਰਹੇ ਹਨ। ਜਦ 3 ਜਣੇ ਪੰਡਾ ਚੁੱਕ ਕੇ ਟੁਰ ਪਏ ਤੇ ਚੌਥੇ ਨੇ ਕਿਹਾ, ਭਾਈ ਮੈਨੂੰ ਵੀ ਚੁਕਾਓ। ਉਹਨਾਂ ਕਿਹਾ ਕਿ ਬਈ ਪੰਡਾ ਭਾਰੀਆਂ ਹਨ, ਸਾਥੋਂ ਨਾ ਓੜਿਆ ਜਾਂਦਾ ਹੈ ਨਾ ਚੁਕਾਇਆ ਜਾਂਦਾ ਹੈ, ਤੂੰ ਜਾਣ ਤੇ ਤੇਰਾ ਕੰਮ। ਇਹ ਕਹਿ ਕੇ ਉਹ ਤਾਂ ਰਾਹੇ ਪੈ ਗਏ ਤੇ ਇੱਧਰ ਭੋਲਾ ਸਿੰਘ ਜੀ ਨੇ ਅੱਗੇ ਹੋ ਕੇ ਕਿਹਾ, ਭਰਾਵਾ ਤੂੰ ਕਿਉਂ ਦੁਖੀ ਹੋ ਰਿਹਾ ਹੈ, ਆ ਤੈਨੂੰ ਪੰਡ ਮੈਂ ਚੁਕਾ ਦਿੰਦਾ। ਚੋਰ ਨੇ ਕਿਹਾ, ਤੇਰਾ ਭਲਾ ਹੋਵੇ। ਸੋ ਆਪ ਜੀ ਨੇ ਅੱਗੇ ਹੋ ਕੇ ਪੰਡ ਚੁਕਾ ਦਿੱਤੀ ਤੇ ਆਪ ਉਸੇ ਉੱਚੇ ਰੰਗ ਵਿੱਚ ਖੂਹ ਤੇ ਬੈਠ ਗਏ। ਜਿਸ ਰੰਗ ਵਿੱਚ ਆਰੂੜ ਸੋ ਬੱਝਾ ਰਿਹਾ। ਜਿਸ ਸਰਬ ਆਤਮ ਅਨੁਭਵਤਾ ਵਿੱਚ ਸਨ ਉਸ ਵਿੱਚ ਝੂਮਦੇ ਰਹੇ। ਸਵੇਰ ਹੋਈ, ਪੌ ਫੁੱਟੀ, ਆਪ ਦੀ ਸੁਰਤ ਵੀ ਸਰੀਰ ਸੰਭਾਲੇ ਵਿੱਚ ਆਈ। ਡੇਰੇ ਆਏ ਤੇ ਆਪਣੇ ਡੇਰੇ ਅਤੇ ਸੰਤਾਂ ਦੀ ਰੋਜ਼ ਦੀ ਸੇਵਾ ਰੋਜ਼ ਵਾਂਗੂ ਕੀਤੀ।
ਸੰਗਤ ਨੂੰ, ਸੰਤਾਂ ਨੂੰ ਪ੍ਰਸ਼ਾਦ ਛਕਾਇਆ। ਤੀਸਰੇ ਪਹਿਰ ਸੰਤ ਸਰਦੂਲ ਸਿੰਘ ਜੀ ਵਿਹੜੇ ਵਿੱਚ ਹੋ ਬੈਠੇ। ਤਤਾਬ ਜੀ ਨੇ ਪੁੱਛਿਆ, ਭੋਲਾ ਸਿੰਘਾ, ਰਾਤ ਸੁਖ ਬੀਤੀ? ਸ੍ਰੀ ਭੋਲਾ ਸਿੰਘ ਜੀ ਨੇ ਕਿਹਾ, ਜੀ ਆਪ ਦੇ ਚਰਨਾਂ ਦਾ ਸਦਕਾ ਸੋਹਣੀ ਬੀਤੀ। ਸੰਤਾਂ ਨੇ ਕਿਹਾ, ਕੋਈ ਰਾਤ ਆਇਆ ਗਿਆ ਤਾਂ ਨਹੀਂ? ਇਹ ਸੁਣ ਕੇ ਸਿਰੇ ਚੜ ਗਏ ਜਗਿਆਸੂ ਸ੍ਰੀ ਭੋਲਾ ਸਿੰਘ ਨੇ ਸਾਰਾ ਹਾਲ ਕਹਿ ਸੁਣਾਇਆ। ਸਾਰੀ ਵਾਰਤਾ ਸੁਣ ਕੇ ਸੰਤਾਂ ਦੀ ਖੁਸ਼ੀ ਦੀ ਹੱਦ ਨਾ ਰਹੀ। ਉੱਠ ਕੇ ਆਪਣੇ ਜਗਿਆਸੂ ਨੂੰ ਛਾਤੀ ਨਾਲ ਲਾਇਆ। ਹਾਂ, ਅੱਜ ਪਹਿਲਾ ਦਿਨ ਸੀ ਕਿ 20-22 ਬਰਸ ਦੀ ਕਾਲ ਵਿੱਚ ਸੰਤਾਂ ਨੇ ਆਪਣੇ ਦਿਲ ਵਿੱਚ ਆਪਣੇ ਸੇਵਕ ਨਾਲ ਲੁਕਵੇਂ ਪਿਆਰ ਨੂੰ ਰੋਕਣ ਦੀ ਹੋਰ ਤਾਬ ਨਾ ਦੇਖੀ। ਛਾਤੀ ਨਾਲ ਘੁੱਟਿਆ, ਸਿਰ ਤੇ ਪਿਆਰ ਦਿੱਤਾ ਤੇ ਆਖਿਆ, ਬੱਚਾ, ਕਾਲ ਥਾਂ ਪਈ। ਕੁਝ ਚਿਰ ਚੁੱਪ ਰਹੇ, ਨੈਣ ਭਰ ਭਰ ਆਏ, ਬੁੱਲ ਫਰਕੇ ਪਰ ਚੁੱਪ ਰਹੇ। ਕੁਝ ਚਿਰ ਮਗਰੋਂ ਫਿਰ ਬੋਲੇ, ਕਾਕਾ, ਤੈਨੂੰ ਉਸ ਵੇਲੇ ਚੋਰ ਚੋਰ ਨਾ ਦਿਸੇ? ਆਪ ਬੋਲੇ, ਦਾਤਾ ਜੀਓ, ਜਦ ਮੈਂ ਆਪ ਦੀ ਆਗਿਆ ਵਿੱਚ ਖੂਹ ਨੂੰ ਜਾ ਰਿਹਾ ਸੀ, ਮੈਨੂੰ ਅਚਾਨਕ ਇੰਜ ਭਾਸਿਆ ਕਿ ਵਣ ਤ੍ਰਿਣ ਪਰਬਤ ਵਿੱਚ ਇੱਕੋ ਜੋਤ ਪਰਿਪੂਰਨ ਹੈ। ਜੋ ਏਕਤਾ ਵਿੱਚ ਹੈ, ਫਿਰ ਨਾਨਤਾ ਵਿੱਚ ਉਸੇ ਦਾ ਖੇਲ ਹੋ ਰਿਹਾ ਹੈ। ਉਹੀ ਕਰਤਾ, ਉਹੀ ਪਾਲਕ ਸੰਭਾਲਕ ਮਾਲਕ ਹੈ, ਨਾਨਾ ਰੂਪ ਹੈ, ਫਿਰ ਇੱਕ ਹੈ। ਉਹੀ ਮਾਲਕ ਪਾਲਕ ਹੈ, ਸਾਰੇ ਉਸਦੇ ਦਰੋਂ ਲੈ ਕੇ ਖਾ ਰਹੇ ਹਨ। ਸਭ ਭੰਡਾਰੇ ਉਸੇ ਦੇ ਹਨ, ਸਭ ਭਿਖਾਰੀ ਉਸਦੇ ਹਨ। ਖੇਤ ਤੇ ਉਸਦੇ ਆਨੰਦ ਵਿੱਚ ਮੈਂ ਖੂਹ ਤੇ ਜਾ ਪੁੱਜਾ ਤਾਂ ਮੈਂ ਡਿੱਠਾ ਕਿ ਕੁਛ ਦੂਰ 3-4 ਜਣੇ ਇੱਕ ਦੂਜੇ ਨੂੰ ਭਰੀਆਂ ਚੁਕਾ ਰਹੇ ਹਨ। ਫਿਰ ਮੈਂ ਡਿੱਠਾ ਕਿ 3 ਤਾਂ ਟੁਰ ਪਏ ਹਨ ਤੇ ਚੌਥੇ ਨੂੰ ਮੈਂ ਡਿੱਠਾ ਕਿ ਆਪਣੀ ਭਰੀ ਆਪੇ ਚੁੱਕ ਨਹੀਂ ਸਕਦਾ ਤੇ ਸਾਥੀਆਂ ਨੂੰ ਕੁਰਲਾ ਰਿਹਾ ਹੈ ਕਿ ਮੈਨੂੰ ਵੀ ਪੰਡ ਚੁਕਾਓ। ਪਰ ਉਹ ਵਾਹੋ ਦਾਹੀ ਰਾਹੇ ਪੈ ਗਏ ਹਨ ਤੇ ਇਹ ਦਾਤਾ ਦੇ ਦਰੋਂ ਦਾਨ ਲੈ ਕੇ ਚੁੱਕਣ ਖੁਣੋਂ ਰੋ ਰਿਹਾ ਹੈ। ਤਾਂ ਮੇਰੇ ਮਨ ਦਇਆ ਆਈ ਤੇ ਮੈਂ ਅੱਗੇ ਹੋ ਕੇ ਉਸ ਨੂੰ ਭਰੀ ਚੁਕਾ ਦਿੱਤੀ। ਸਹੁੰ ਜੋ ਮੈਨੂੰ ਨਹੀਂ ਉਸ ਵੇਲੇ ਭਾਸਿਆ ਕਿ ਮੈਂ ਮਾਲਕ ਵੱਲੋਂ ਰਾਖਾ ਹਾਂ ਤੇ ਇਹ ਚੋਰ ਹੈ ਕਿ ਸਾਧ ਹੈ। ਉਹ ਦਾਤਾ ਜਗਮੰਗਤਾ ਕੇਵਲ ਇਹ ਕੁਝ ਦਿਸ ਰਿਹਾ ਸੀ। ਉਸ ਵੇਲੇ ਤੇ ਮੈਂ ਉੱਥੇ ਬੈਠਾ ਰਿਹਾ। ਕਦੇ ਅੱਖ ਲੱਗ ਗਈ, ਕਦੇ ਖੁੱਲ ਗਈ, ਪਰ ਇਹੋ ਹੀ ਦਿਸਦਾ ਰਿਹਾ ਕਿ ਜਾਗਤ ਜੋਤ ਪਰਿਪੂਰਨ ਹੈ। ਉਹੀ ਕਰਤਾ ਹੈ, ਉਹੀ ਭਰਤਾ ਹੈ, ਵਿਸ਼ਵੰਬਰ ਹੈ। ਰਾਤ ਤਾਂ ਇਸੇ ਰੰਗ ਲੰਘ ਗਈ, ਪਰ ਜਦ ਦਿਨ ਹੋਇਆ ਤਾਂ ਮੈਂ ਡੇਰੇ ਨੂੰ ਮੁੜਿਆ। ਉਸ ਵੇਲੇ ਤੋਂ ਕਈ ਵੇਰੇ ਸੋਚ ਫੁਰਦੀ ਹੈ ਕਿ ਮੈਂ ਤਾਂ ਰਾਖਾ ਸਾਂ, ਹੁਕਮ ਸੀ ਰਾਖੀ ਕਰਨੇ ਦਾ ਤੇ ਮੈਂ ਸਗੋਂ ਕਣਕ ਚੁਕਾ ਦਿੱਤੀ। ਫਿਰ ਸੋਚ ਫੁਰਦੀ ਹੈ, ਮੈਨੂੰ ਚੋਰ ਸਾਧ ਰਾਖਾ ਭਾਸੇ ਹੀ ਨਹੀਂ। ਇਹ ਤਾਂ ਖਬਰੇ ਉਸ ਵੇਲੇ ਕੋਈ ਦ੍ਰਿਸ਼ਟੀ ਹੀ ਹੋਰ ਹੋ ਗਈ ਸੀ। ਫਿਰ ਸੋਚਦਾ ਹਾਂ ਕਿ ਮੇਰੀ ਇਹ ਦ੍ਰਿਸ਼ਟੀ ਸਰਵਕਤਾ ਵਾਲੀ ਖੋਲਣੇ ਲਈ ਹੀ ਆਪ ਨੇ ਰਾਤ ਵਾਲਾ ਕੌਤਕ ਰਚਿਆ ਹੋਣਾ ਹੈ। ਪਰ ਫਿਰ ਫਿਕਰ ਆ ਪੈਂਦਾ ਹੈ ਕਿ ਮੈਂ ਤਾਂ ਰਾਖਾ ਸੀ, ਭਲੀ ਮਾਲਕ ਦੇ ਮਾਲ ਦੀ ਰਾਖੀ ਕੀਤੀ ਤਾਂ ਸ਼ਰਮ ਆਉਂਦੀ ਹੈ ਤੇ ਆਪ ਦੇ ਚਰਨਾਂ ਵਿੱਚ ਮਾਫੀ ਦੀ ਜਾਚਨਾ ਫੁਰਦੀ ਹੈ। ਇਹ ਸੁਣ ਕੇ ਸੰਤਾਂ ਦੇ ਨੈਣਾਂ ਵਿੱਚ ਫਿਰ ਨੀਰ ਭਰ ਆਇਆ। ਆਖਣ ਲੱਗੇ, ਕਾਕਾ, ਗੁਰੂ ਨਾਨਕ ਦੀ ਮਿਹਰ ਹੋਈ ਹੈ, ਤੂੰ ਅਤੀਤ ਸਿੱਖ ਹੈ। ਤੂੰ ਮੈਂ ਮੇਰੀ ਤੋਂ ਉੱਚੇ ਉੱਠਣਾ ਹੈ ਸੀ। ਤੂੰ ਮੈਨੂੰ ਤੈਨੂੰ ਤੇ ਫਤਿਹ ਪਾਉਣੀ ਸੀ। ਗੁਰੂ ਨੇ ਤੈਨੂੰ ਬ੍ਰਹਮ ਦ੍ਰਿਸ਼ਟੀ ਬਖਸ਼ਣੀ ਸੀ, ਸੋ ਉਸਨੇ ਇਸ ਕੌਤਕ ਵਿੱਚ ਬਖਸ਼ ਦਿੱਤੀ ਹੈ। ਤੇਰੇ ਤ੍ਰੈ ਤਾਪ ਨਿਵਰਤ ਹੋਏ। ਕਹੋ ਧੰਨ ਗੁਰੂ ਨਾਨਕ। ਫਿਰ ਬੋਲੇ, ਬੱਚਾ ਭੋਲਾ ਸਿੰਘਾ, ਇੱਕ ਮਾਲ ਹੈ, ਇੱਕ ਮਾਲਕ ਹੈ। ਮਾਲਕ ਹੈ ਵਾਹਿਗੁਰੂ, ਮਾਲ ਹੈ ਜੋ ਦੂਜੀ ਕੁਦਰਤ ਉਸਨੇ ਸਾਜੀ ਹੈ। ਮਾਲਕ ਜਾਣੇ ਮਾਲ ਸੰਭਾਲੇ, ਦੇਵੇ ਲਵੇ ਵੰਡੇ। ਜੇ ਫਕੀਰ ਮਾਲ ਦਾ ਮਾਲਕ ਬਣੇ ਤਾਂ ਸ਼ਰੀਕਾ ਕਰਦਾ ਹੈ ਮਾਲਕ ਨਾਲ। ਫਕੀਰ ਨੇ ਤਾਂ ਮਾਲ ਤੋਂ ਹੱਥ ਧੋਤੇ ਹਨ ਤੇ ਮਾਲਕ ਦੇ ਪਿਆਰ ਵਿੱਚ ਪਰੋਤਾ ਹੈ। ਉਹ ਜੋ ਮਾਲ ਉੱਤੇ ਆਪਣੀ ਮਾਲਕੀ ਦਾ ਜਫਾ ਟਿਕਾਏਗਾ ਤਾਂ ਮਾਲਕ ਦੇ ਪਿਆਰ ਤੋਂ ਘੁਸ ਕੇ ਉਤਨਾ ਹੀ ਮਾਲ ਦੇ ਪਿਆਰ ਵਿੱਚ ਚਲਾ ਜਾਵੇਗਾ। ਸੋ ਅਤੀਤ ਸਾਧੂ ਫਕੀਰ ਨੂੰ ਕੇਵਲ ਮਾਲਕ ਦੀ ਲੋੜ ਹੈ, ਜੋ ਸਾਰੇ ਮਾਲ ਦਾ ਮਾਲਕ ਹੈ। ਮੈਂ ਮੇਰੀ
ਮੈਨੂੰ ਤੈਨੂੰ ਮੇਰ ਤੇਰ ਅਤੀਤ ਸਿੱਖ ਸਾਧੂ ਲਈ ਮੂਲੋਂ ਬੇਵਰਜਤ ਹਨ। ਬੱਚਾ, ਅੱਜ ਤੇਰੇ ਤੇ ਗੁਰੂ ਨਾਨਕ ਦੀ ਮਿਹਰ ਹੋਈ ਹੈ ਕਿ ਤੇਰੀ ਦ੍ਰਿਸ਼ਟੀ ਖੁੱਲ ਗਈ ਹੈ ਤੇ ਇਹ ਹੱਦ ਬੰਨੇ ਟੱਪ ਗਈ ਹੈ। ਘਰੋਂ ਵੀ ਤਾਂ 300-400 ਵਿਗੇ ਦੀ ਮਾਲਕੀ ਡੰਗਰ ਵੱਛਾ ਘਰ ਕੋਠਾ ਛੱਡ ਕੇ ਆਇਆ ਸੈਂ, ਪਰ ਤਦੋਂ ਵੈਰਾਗ ਸੀ, ਬ੍ਰਹਮ ਦ੍ਰਿਸ਼ਟੀ ਨਹੀਂ ਸੀ। ਅੱਜ ਭਾਗ ਲੱਗਾ ਹੈ ਕਿ ਬ੍ਰਹਮ ਦ੍ਰਿਸ਼ਟੀ ਪ੍ਰਾਪਤ ਹੋਈ ਹੈ। ਇਸ ਤਰ੍ਹਾਂ ਦੇ ਉਪਦੇਸ਼ ਦੇ ਰਹੇ ਸਨ ਕਿ ਰਾਤ ਵਾਲੇ ਚੋਰ ਆ ਗਏ। ਸੰਤ ਮੰਜੇ ਤੇ ਬੈਠੇ ਸਨ। ਪਿਆਰੇ ਜਗਿਆਸੂ ਸ੍ਰੀ ਭੋਲਾ ਸਿੰਘ ਜੀ ਪੈਂਦ ਵੱਲ ਖੜੇ ਆਪਣੇ ਗੁਰਮੁਖ ਦਾਤੇ ਦੇ ਬਚਨਾਂ ਦਾ ਅੰਮ੍ਰਿਤ ਪੀ ਰਹੇ ਸਨ। ਇਸ ਵੇਲੇ ਰਾਤ ਵਾਲੇ ਚੋਰ ਆ ਕੇ ਧਰਤੀ ਉੱਤੇ ਡੰਡੋਤ ਕਰਕੇ ਖੜੋ ਗਏ। ਇੱਕ ਨੇ ਕਿਹਾ, ਹੇ ਸੰਤ ਜੀ ਮਹਾਰਾਜ, ਅਸਾਂ ਤੋਂ ਭਾਰੀ ਖੁਨਾਮੀ ਹੋਈ ਹੈ। ਰਾਤ ਅਸਾਂ ਨੇ ਆਪ ਜੈਸੇ ਜਗਤ ਦੇ ਮਾਲਕ ਦੀ ਖੜੀ ਫਸਲ ਦੀ ਚੋਰੀ ਕੀਤੀ ਹੈ। ਅਸੀਂ ਪਾਪੀ ਲੋਕ ਹਾਂ, ਆਪੇ ਧਾਪੀ ਸਾਡਾ ਧਰਮ ਹੈ। ਫਸਲ ਚੋਆਂ ਨੇ ਵੱਡੀ, 3 ਅਸੀਂ ਤਾਂ ਲੈ ਕੇ ਤਿੱਤਰ ਹੋਏ ਤੇ ਚੌਥੇ ਸਾਥੀ ਉਸ ਵੱਲ ਉਂਗਲ ਕਰਕੇ ਨੂੰ ਕੁਰਲਾਂਦਾ ਛੱਡ ਗਏ। ਉਸ ਨੂੰ ਆਪ ਦੇ ਪਿਆਰੇ ਨੇ ਫੜ ਲੈਣ ਦੀ ਥਾਵੇਂ ਸਗੋਂ ਪਣ ਚੁਕਾ ਦਿੱਤੀ। ਸਾਡਾ ਇਹ ਸਾਥੀ ਲਿੱਸਾ ਸੀ, ਆਪ ਦਾ ਬਾਲਕਾ ਬਹੁਤ ਤਕੜਾ ਸੀ। ਚਾਹੁੰਦਾ ਤਾਂ ਥਾਂ ਰੱਖਦਾ, ਚਾਹੁੰਦਾ ਤਾਂ ਮੁਸ਼ਕਾਂ ਤਾੜ ਦਿੰਦਾ, ਪਰ ਉਸਨੇ ਸਗੋਂ ਇਸ ਨੂੰ ਪਣ ਚੁਕਾ ਦਿੱਤੀ। ਸਾਨੂੰ ਸਵੇਰ ਸਾਰ ਕਿਸੇ ਨੇ ਦੱਸਿਆ ਹੈ, ਰਾਤ ਜਿਸਨੇ ਤੁਹਾਡੇ ਚੌਥੇ ਸਾਥੀ ਨੂੰ ਪਣ ਚੁਕਾਈ, ਉਹ ਕੋਈ ਰਾਹੀ ਜਾਂ ਤੁਹਾਡੇ ਵਰਗਾ ਕੋਈ ਚੋਰ ਨਹੀਂ ਸੀ। ਉਹ ਸੰਤਾਂ ਦਾ ਬਾਲਕਾ ਭੋਲਾ ਸਿੰਘ ਸੀ, ਜੋ ਹੁਣ ਡੇਰੇ ਵਿੱਚ ਉੱਚ ਕੋਟੀ ਦਾ ਸੰਤ ਸਮਝਿਆ ਜਾਂਦਾ ਹੈ। ਦੇਖੋ, ਉਹ ਆਇਆ ਤਾਂ ਰਾਖੀ ਕਰਨ ਸੀ ਖੜੀ ਫਸਲ ਦੀ, ਪਰ ਉਸ ਦੀ ਨਜ਼ਰ ਵਿੱਚ ਚੋਰ ਸਾਧ ਕਿਕੂ ਇੱਕ ਹੋਏ ਹਨ ਕਿ ਚੋਰ ਨੂੰ ਫੜਿਆ ਨਹੀਂ, ਸਗੋਂ ਆਪਣਾ ਮਾਲ ਚੁਕਾ ਦਿੱਤਾ। ਤ੍ਰਿਗ ਹੈ ਸਾਡੇ ਜਿਨ੍ਹਾਂ ਨੇ ਐਸੇ ਗੁਰਮੁਖਾਂ ਦੀ ਚੋਰੀ ਕੀਤੀ ਹੈ, ਜਿਨ੍ਹਾਂ ਦਾ ਇਹ ਸਾਰਾ ਅੰਨ ਅਭਿਆਗਤਾਂ ਦੇ ਲੰਗਰ ਤੇ ਖਰਚ ਹੁੰਦਾ ਹੈ। ਹੋਰ ਥੋੜੇ ਸਨ ਖੇਤ ਚੋਰੀ ਲਈ। ਇਹ ਸੁਣ ਕੇ ਸਾਨੂੰ ਡਾਢੀ ਸ਼ਰਮ ਆਈ ਕਿ ਅਸਾਂ ਤਾਂ ਤੁਹਾਡਾ ਘਰ ਭੰਨਿਆ ਤੇ ਆਪ ਤਾਂ ਆਪ ਦੇ ਬਾਲਕੇ ਐਡੇ ਔਗਣਾਂ ਦੀ ਥਾਵੇਂ ਗੁਣ ਕਰਨ ਵਾਲੇ ਹਨ ਕਿ ਫੜਨ ਦੇ ਥਾਂ ਚੋਰੀ ਦਾ ਮਾਲ ਹੀ ਚੁਕਾ ਦਿੱਤਾ, ਜਿਵੇਂ ਸਾਡੇ ਪਿਓ ਦਾਦੇ ਦਾ ਹੁੰਦਾ ਹੈ। ਠੰਡਾ ਸਾਹ ਲੈ ਕੇ, ਇੱਕ ਪਾਸੇ ਅਸੀਂ ਹਾਂ ਚੋਰ, ਦੂਜੇ ਪਾਸੇ ਆਪ ਦੇ ਸਾਧ ਰਾਖੇ ਜੋ ਉਹ ਖੜੇ ਹਨ। ਤ੍ਰਿਕਾਰ ਹੈ ਸਾਡੇ ਜੀਵਨ ਦੇ। ਅਸੀਂ ਪਾਪੀ ਲੋਕ ਪੱਥਰ ਹੁੰਦੇ ਹਾਂ, ਪਰ ਅੱਜ ਸਾਨੂੰ ਉਹ ਸ਼ਰਮ ਆਈ ਹੈ ਕਿ ਜ਼ਮੀਨ ਵਹਿਲ ਦੇਵੇ ਤਾਂ ਗਰਕ ਹੋ ਜਾਈ। ਹੁਣ ਆਪ ਦਾ ਦਰ ਬਖਸ਼ਣ ਸਮਝ ਕੇ ਆਏ ਹਾਂ। ਚਾਹੋ ਮਾਰੋ, ਚਾਹੋ ਰੱਖੋ, ਚਾਹੋ ਫੜਾ ਦਿਓ ਤੇ ਕੈਦ ਪਵਾ ਦਿਓ, ਚਾਹੇ ਬਖਸ਼ ਦਿਓ। ਆਪ ਦੇ ਦਰ ਆ ਟੱਠੇ ਹਾਂ, ਕਿਵੇਂ ਸਾਡਾ ਪਾਪ ਬਖਸ਼ ਹੋ ਜਾਏ। ਇਹ ਬੱਜਰ ਪਾਪ ਹੈ ਜੋ ਅਸਾਂ ਗੁਰੂ ਕੇ ਦੁਆਰੇ ਦਾ ਕੀਤਾ ਹੈ, ਸਾਨੂੰ ਬਖਸ਼ੋ। ਸੰਤ ਸੁਣਦੇ ਰਹੇ, ਨੈਣ ਮੁੰਦੇ ਰਹੇ, ਫਿਰ ਖੁੱਲੇ। ਲੰਮਾ ਸਾਹ ਲਿਆ ਤੇ ਬੋਲੇ, ਧੰਨ ਗੁਰੂ ਨਾਨਕ, ਇੱਕੋ ਕੌਤਕ ਨਾਲ ਮੇਰੇ ਬੱਚੇ ਦੇ ਨੈਣ ਖੋਲ ਦਿੱਤੇ, ਬ੍ਰਹਮ ਦ੍ਰਿਸ਼ਟੀ ਬਖਸ਼ ਦਿੱਤੀ। ਉਸੇ ਇੱਕੇ ਕੌਤਕ ਨਾਲ ਚੋਰ ਸਾਧ ਬਣਾ ਦਿੱਤੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਭੋਲਾ ਸਿੰਘ, ਤੂੰ ਗੁਣਵਾਨ ਸਾਧੂ ਸੈਂ, ਤੈਨੂੰ ਹੋਰ ਗੁਣ ਲਾ ਕੇ ਗੁਰੂ ਨਾਨਕ ਨੇ ਹੋਰ ਗੁਣਵਾਨ ਕਰ ਦਿੱਤਾ। ਤੇਰੀ ਚਰਮ ਦ੍ਰਿਸ਼ਟੀ ਹਿਰ ਲਈ, ਤੈਨੂੰ ਬ੍ਰਹਮ ਦ੍ਰਿਸ਼ਟੀ ਦੇ ਦਿੱਤੀ। ਲੀਲਾ ਦਿਖਾ ਦਿੱਤੀ, ਲੀਲਾ ਕਰਨ ਹਾਰ ਦਿਖਾ ਦਿੱਤਾ। ਇਹ ਦੇਖ ਆਪ ਨੂੰ ਆਪੇ ਚੋਰ ਆਖਣ ਵਾਲੇ ਨਿਰਗੁਣ ਸਨ, ਗੁਨਹਗਾਰ ਸਨ। ਇਹਨਾਂ ਨੂੰ ਗੁਰੂ ਨਾਨਕ ਨੇ ਪਛਤਾਵੇ ਦਾ, ਸੱਚੇ ਰਸਤੇ ਤੇ ਆ ਜਾਣ ਦਾ ਗੁਣ ਲਾ ਦਿੱਤਾ। ਹੁਣ ਸਾਡੇ ਪਾਸ ਕਿਹੜਾ ਗੁਣ ਹੈ ਜੋ ਉਸ ਨੂੰ ਲਾ ਸਕੀਏ। ਤੇਹਾ ਕੋਈ ਨਾ ਸੁਝਈ, ਜੇ ਤਿਸ ਗੁਣ ਕੋਏ ਕਰੇ। ਹਾਂ, ਅਸੀਂ ਸ਼ੁਕਰ ਕਰੀਏ, ਆਖੀਏ ਧੰਨ ਗੁਰੂ ਨਾਨਕ, ਤੂੰ ਧੰਨ ਹੈ ਜੋ ਨਿਰਗੁਣਾਂ ਨੂੰ ਗੁਣ ਕਰਦਾ ਹੈ ਤੇ ਗੁਣਵੰਤਿਆਂ ਨੂੰ ਹੋਰ ਗੁਣ ਕਰਦਾ ਹੈ। ਫਿਰ ਸੰਤ ਪਛਤਾਵੇ ਨਾਲ ਰੋਂਦੇ ਅਪਰਾਧੀਆਂ ਵੱਲ ਤੱਕ ਕੇ ਬੋਲੇ, ਭਾਈ, ਗੁਰੂ ਨਾਨਕ ਨੇ ਅੱਜ ਤੁਹਾਡੀ ਬਾਂਹ ਫੜੀ ਹੈ। ਪੀੜ ਕਰਨ ਵਾਲਾ ਦਾਰੂ ਨਹੀਂ,
ਪਰ ਮਿੱਠਾ ਦਾਰੂ ਤੁਹਾਡੀ ਨੈਣੀ ਪਾਇਆ ਹੈ। ਤੁਹਾਡੇ ਵੀ ਨੈਣ ਖੋਲੇ ਹਨ। ਤੁਸੀਂ ਕੀਤੇ ਪਾਪ ਤੇ ਪਛਤਾਏ ਹੋ। ਹੁਣ ਤੁਸੀਂ ਗੁਰੂ ਬਾਬੇ ਦੇ ਲੜ ਫੜੋ, ਜਿਨ੍ਹਾਂ ਅਗਿਆਨ ਦੇ ਛੋੜ ਕੱਟੇ ਹਨ। ਅੱਜ ਤੋਂ ਚੋਰੀ ਆਦਿ ਪਾਪ ਛੱਡ ਦਿਓ, ਧਰਮ ਦੀ ਕਿਰਤ ਕਰੋ, ਧਰਮ ਦੀ ਖਾਓ, ਕਮਾਈ ਵਿੱਚੋਂ ਦਸਵੰਧ ਕੱਢ ਕੇ ਭਲੇ ਅਰਥ ਲਾਓ। ਗੁਰਦੁਆਰੇ ਹਾਜ਼ਰ ਹੋਵੋ, ਰੋਜ਼ ਕੀਰਤਨ ਸੁਣੋ, 5 ਪਾਠ ਰੋਜ਼ ਜਪਜੀ ਸਾਹਿਬ ਦੇ ਕਰੋ, ਜੋ ਮਨ ਦੀ ਹੋਰ ਮੈਲ ਕੱਟੀ ਜਾਵੇ। ਉੱਠਦੇ ਬਹਿੰਦੇ ਵਾਹਿਗੁਰੂ ਦਾ ਜਾਪ ਕਰਿਆ ਕਰੋ। ਕੁਝ ਸਮੇਂ ਮਗਰੋਂ ਆਵਣਾ, ਫਿਰ ਗੁਰੂ 10ਵੇਂ ਪਾਤਸ਼ਾਹ ਦਾ ਅੰਮ੍ਰਿਤ ਛਕ ਕੇ ਜਹਾਜ਼ੇ ਚੜ੍ਹ ਬੈਠਣਾ। ਤਦ ਤੱਕ ਤੁਸੀਂ ਚੰਗੇ ਨਿਰਮਲ ਹੋ ਜਾਓਗੇ। 4 ਪਸ਼ਚਾਤਾਪੀਆਂ ਨੇ ਮੱਥਾ ਟੇਕਿਆ, ਪਰ ਸੰਤ ਜੀ ਛੇਤੀ ਨਾਲ ਉੱਠ ਖਲੋਤੇ ਤੇ 4 ਨੂੰ ਬਾਹੋਂ ਫੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਲੈ ਜਾ ਕੇ ਮੱਥਾ ਟਿਕਾਇਆ। ਭਾਈ, ਇਹ ਹੈ ਜਾਗਦੀ ਜੋਤ ਗੁਰੂ, 10 ਹੀ ਸਤਿਗੁਰਾਂ ਦਾ ਰੂਪ, ਇਸ ਨੂੰ ਮੱਥਾ ਟੇਕੋ। ਤੇ ਕਿਹਾ, ਦੇਖੋ, ਇਸ ਦਾ ਪਾਠ ਕਰੋ, ਵਿਚਾਰੋ, ਕੀਰਤਨ ਸੁਣੋ, ਅਮਲ ਕਰੋ। ਫਿਰ ਉਹਨਾਂ ਵਿੱਚ ਇੱਕ ਨੇ ਕਿਹਾ, ਮਹਾਰਾਜ, ਅਸੀਂ ਜੋ ਭਰੀਆਂ ਕਣਕ ਦੀਆਂ ਰਾਤ ਲੈ ਗਏ ਸਾਂ, ਲੈ ਆਏ ਹਾਂ। ਬਾਹਰ ਆਪ ਦੀ ਡਿਊਟੀ ਵਿੱਚ ਧਰੀਆਂ ਹਨ, ਉਹ ਸੰਭਾਲ ਲਓ। ਬਖਸ਼ ਤਾਂ ਦਿੱਤਾ ਨੇ, ਹੁਣ ਸਾਡੇ ਅਪਰਾਧ ਨੂੰ ਭੁਲਾ ਕੇ ਲੜ ਲਾਈ ਰੱਖਣਾ। ਸੰਤ ਬੋਲੇ, ਗੁਰੂ ਭਲਾ ਕਰੇ, ਪਰ ਕਣਕ ਦੀਆਂ ਭਰੀਆਂ ਨਾ ਭਾਈ, ਇਹ ਮਾਲ ਤਾਂ ਸਾਡਾ ਹੈ, ਇਹ ਤੁਸੀਂ ਹੀ ਲੈ ਜਾਓ। ਅੱਗੇ ਤੁਸੀਂ ਆਪ ਨੂੰ ਚੋਰ ਲਖਦੇ ਹੋਏ ਲੈ ਗਏ ਸੋ, ਹੁਣ ਸਾਡੀ ਖੁਸ਼ੀ ਨਾਲ ਆਪ ਨੂੰ ਸਾਧੂ ਲਖਦੇ ਹੋਏ ਲੈ ਜਾਓ ਤੇ ਵਰਤੋ। ਉਹ ਬੋਲੇ, ਆਪ ਤਾਂ ਦਰਿਆ ਵਾਂਗੂ ਵਗ ਰਹੇ ਹੋ, ਹੱਦ ਬੰਨੇ ਭੰਨ ਕੇ, ਪਰ ਸਾਨੂੰ ਲਾਜ ਆਉਂਦੀ ਹੈ। ਅਸੀਂ ਹੁਣ ਸੇਵਾ ਕਰੀਏ ਕਿ ਸਗੋਂ ਤੁਹਾਡੇ ਉੱਤੇ ਭਾਰ ਪਾਈਏ। ਇਹ ਡੇਰੇ ਦੀ ਵਸਤੂ ਹੈ, ਸਾਧ ਸੰਗਤ ਦੇ ਕੰਮ ਆਵੇ। ਸੰਤ ਬੋਲੇ, ਇਹ ਕਣਕ ਤੁਹਾਡੇ ਭਾਗਾਂ ਦੀ ਸੀ, ਤੁਸਾਂ ਹੀ ਖਾਣੀ ਸੀ। ਅਸਾਂ ਇਹ ਵੱਢਣੀ ਸੀ, ਗਾਉਣੀ ਸੀ, ਡੇਰੇ ਲਿਆ ਕੇ ਪੀਸਣੀ ਸੀ, ਪਕਾਉਣੀ ਸੀ, ਫਿਰ ਤੁਸਾਂ ਕਿਸੇ ਨਾ ਕਿਸੇ ਤਰ੍ਹਾਂ ਆ ਕੇ ਖਾਣੀ ਸੀ। ਕਿਉਂਕਿ ਸਾਡੀ ਜਾਚੇ ਇਹ ਤੁਹਾਡੇ ਹੀ ਭਾਗਾਂ ਦੀ ਵਸਤੂ ਸੀ। ਹੁਣ ਤੁਸੀਂ ਜੋ ਭਰੀਆਂ ਵਿੱਚ ਇਸ ਨੂੰ ਲੈ ਜਾਓਗੇ ਤਾਂ ਸਾਡੇ ਤੇ ਕਿਰਪਾ ਹੋਵੇਗੀ। ਤੁਸੀਂ ਗਾਓਗੇ, ਤੁਸੀਂ ਪੀਓਗੇ, ਤੁਸੀਂ ਪਕਾਓਗੇ, ਫਿਰ ਖਾਓਗੇ। ਸੋ ਤੁਸੀਂ ਇਤਨੀ ਖੇਚਲ ਸਾਡੀ ਬਚਾ ਦਿਓਗੇ। ਇਸ ਵੇਲੇ ਜੋ ਜੋ ਸਰੀਰ ਕੋਲ ਖੜੇ ਸਨ ਅਸਚਰਜ ਹੋ ਗਏ। ਇੱਕ ਪਾਸੇ ਜਗਿਆਸੂ ਖੜਾ ਹੈ, ਜਿਸ ਨੇ ਰਾਤ ਕਮਾਲ ਕੀਤਾ ਹੈ। ਦੂਏ ਪਾਸੇ ਗੁਰਮੁਖ ਸੰਤ ਖੜਾ ਹੈ, ਜਿਸ ਨੇ ਹੁਣ ਉਤੋਂ ਵੱਧ ਕਮਾਲ ਕੀਤਾ ਹੈ। ਦੋਹਾਂ ਨੇ ਮੈਂ ਮੇਰੀ, ਮੇਰ ਤੇਰ, ਮੈਨੂੰ ਤੈਨੂੰ ਤੇ ਕੈਸੀ ਫਤਿਹ ਪਾਈ ਹੋਈ ਹੈ। ਸੰਤ ਕੁਛ ਦਿਲਾਂ ਦੀ ਲਖ ਗਏ ਤੇ ਬੋਲੇ, ਸਾਧ ਸੰਗਤ ਜੀ, ਸਭ ਗੁਣ ਤੇਰੇ ਮੈਂ ਨਾ ਹੀ ਕੋਏ। ਤੱਕੋ ਸਾਹਮਣੇ ਮੰਜੀ ਸਾਹਿਬ ਤੇ ਬਿਰਾਜੇ ਗੁਰੂ ਗ੍ਰੰਥ ਸਾਹਿਬ ਜੀ ਵੱਲ। ਇਸ ਜਗਤ ਗੁਰੂ ਦੀ ਕਲਾ ਵਰਤ ਰਹੀ ਹੈ। ਇਸ ਦੀ ਸਿੱਖਿਆ ਪੜ੍ਹੋ, ਸੁਣੋ, ਵਰਤੋ, ਸਭ ਦੇ ਬੇੜੇ ਪਾਰ ਹੋਣਗੇ। ਉਹ ਚਾਰੋਂ ਜ਼ੋਰ ਲਾ ਕੇ ਥੱਕੇ ਕਿ ਸੰਤ ਕਣਕ ਰੱਖ ਲੈਣ, ਪਰ ਸੰਤ ਨਾ ਮੰਨੇ ਤੇ ਅੰਤ ਇਹ ਕਹਿ ਕੇ ਕਣਕ ਬਖਸ਼ ਦਿੱਤੀ ਕਿ ਤੁਸੀਂ ਸਾਡਾ ਬਚਨ ਮੰਨ ਕੇ ਸਾਡੀ ਖੁਸ਼ੀ ਸਮਝ ਕੇ ਲੈ ਜਾਓ। ਤੁਸੀਂ ਨਾ ਲੈ ਜਾਓ ਤਾਂ ਖੁਸ਼ ਨਹੀਂ, ਲੈ ਜਾਓ ਤਾਂ ਸਾਡਾ ਖੁਸ਼ਾ ਤੁਹਾਡੇ ਨਾਲ ਜਾਏਗਾ। ਸੰਤ ਭੋਲਾ ਸਿੰਘ ਜੀ ਇਤਨੀ ਮਹਿਮਾ ਦੇ ਮਾਲਕ ਸਨ ਤੇ ਉਹ ਪਹਿਲੋਂ ਤੀਬਰ ਕਾਲ ਕਾਲ ਕੇ ਇਸ ਪਦਵੀ ਤੇ ਪਹੁੰਚ ਕੇ ਸਮਝ ਬੈਠੇ ਸਨ ਕਿ ਮੈਂ ਪਰਮ ਪਦ ਪਾ ਲਿਆ ਹੈ। ਹੁਣ ਮੇਰੇ ਲਈ ਕੋਈ ਕਰਮ, ਪਾਠ, ਨੇਮ, ਸਿਮਰਨ ਆਦਿ ਕਰਨੇ ਯੋਗ ਬਾਕੀ ਨਹੀਂ। ਪਰ ਭਾਈ ਸਾਹਿਬ ਜੀ ਨੇ ਉਹਨਾਂ ਨੂੰ ਫਿਰ ਨਾਮ ਬਾਣੀ ਦੇ ਪ੍ਰੇਮ ਵਿੱਚ ਰੰਗ ਕੇ ਗੁਰਮਤ ਦੇ ਬ੍ਰਹਮ ਗਿਆਨੀ ਦਾ ਆਦਰਸ਼ ਸਮਝਾ ਕੇ ਉਸ ਰਾਹੇ ਟੋਰ ਦਿੱਤਾ। ਭਾਈ ਨੰਦ ਲਾਲ ਜੀ ਦਾ ਕਥਨ ਹੈ, ਜ਼ੀਸਤਨ ਦਰ ਬੰਦਗੀ ਔਲਾ ਬਵਦ, ਗਰਚੇ ਸਰਤਾ ਪਾ ਹਮਾ ਮੌਲਾ ਬੁਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।